बुध प्रभ तुष हमारी, बरन सके महिमा जो तिहारी। हम न सकत कर सिफत तुम्हारी, आप लेहो तुम कथा सुधारी। जुगो जुग अटल, चवर छतर तखत दे मालक। कलजुग के जहाज बाणी के बोहित, हलत पलत के रक्षक। शब्द गुरु जगत गुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ, ਅੰਮ੍ਰਿਤ ਵੇਲੇ ਦੇ ਦਰਬਾਰਾਂ ਅੰਦਰ ਸੱਜ ਬੈਠੇ ਗੁਰਮੁਖ ਜਨੋ, ਬੜੇ ਹੀ ਵਡਭਾਗੀ ਹੋ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸੰਭਾਲਣਾ ਕੀਤਾ ਹੈ। ਸਤਿਗੁਰਾਂ ਦਾ ਤਰਸ ਹੈ, ਸਾਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲਾ ਕੀ ਹੈ ਤੇ ਕਿਉਂ ਜ਼ਰੂਰੀ ਹੈ, ਆਓ ਇਸ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਕਲਗੀਧਰ ਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ, ਰਸਨਾ ਪਵਿੱਤਰ ਕਰੀਏ, ਮਨ ਬਿਰਤੀਆਂ ਕਰੀਏ ਇਕਾਗਰ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਹਨ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਅਸੀਂ ਆਮ ਤੌਰ 'ਤੇ ਇੱਕ ਸ਼ਬਦ ਵਰਤਦੇ ਹਾਂ ਕਿ ਬੰਦਾ ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਚਲਾ ਜਾਂਦਾ ਹੈ, ਪਰ ਇਹ ਸੱਚਾਈ ਨਹੀਂ ਹੈ। ਨਾ ਹੀ ਬੰਦਾ ਖਾਲੀ ਹੱਥ ਆਉਂਦਾ ਤੇ ਨਾ ਹੀ ਖਾਲੀ ਹੱਥ ਜਾਂਦਾ ਹੈ। ਜਦੋਂ ਆਉਂਦਾ ਹੈ ਨਾ, ਪੁਰਬਲੇ ਜਨਮਾਂ ਦੀ ਕੁਛ ਕਮਾਈ ਨਾਲ ਲੈ ਕੇ ਆਉਂਦਾ ਹੈ। ਸਤਿਗੁਰ ਜੀ ਆਖਦੇ ਹਨ, ਆਉਂਦਿਆਂ ਕਮਾਈ ਨਾਲ ਲੈ ਕੇ ਆਉਂਦਾ ਤੇ ਜਾਂਦਿਆਂ ਫਿਰ ਜੋ ਇੱਥੇ ਕਮਾਇਆ ਜਾਂ ਗਵਾਇਆ, ਉਹ ਚੰਗੇ ਤੇ ਬੁਰੇ ਕਰਮਾਂ ਦੀ ਗਠੜੀ ਬੰਨ੍ਹ ਕੇ ਨਾਲ ਲੈ ਜਾਂਦਾ ਹੈ। ਖਾਲੀ ਨਾ ਆਇਆ ਸੀ ਤੇ ਨਾ ਖਾਲੀ ਗਿਆ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਜੇ ਉਹਦੇ ਕੋਲ ਚੰਗੇ ਤੇ ਬੁਰੇ ਕਰਮ ਹੈ ਤਾਂ ਹੀ ਤੇ ਧਰਮਰਾਜ ਵਾਚਦਾ ਨਾ ਉੱਥੇ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ। ਹੁਣ ਕਰਮਾਂ ਦੀ ਗੱਲ ਨਾ, ਸਾਨੂੰ ਸਤਿਗੁਰਾਂ ਨੇ ਆਪਣੇ ਚਰਨਾਂ 'ਚ ਬਿਠਾ ਰੱਖਿਆ। ਤੁਸੀਂ ਭਾਗਾਂ ਵਾਲੇ ਜੇ ਆ ਕੇ ਸਤਿਗੁਰ ਦੇ ਚਰਨਾਂ 'ਚ ਬੈਠੇ ਜੀ। ਐਸੇ ਵੀ ਲੱਖਾਂ ਹੋਣਗੇ ਜਿਹੜੇ ਰੋਗਾਂ ਦੇ ਨਾਲ ਹਾਏ ਹਾਏ ਤੜਫ ਰਹੇ ਹੋਣਗੇ ਬਿਸਤਰਿਆਂ 'ਤੇ, ਜਿਹੜੇ ਹੌਸਪੀਟਲਾਂ 'ਚ ਪਏ ਹੋਣਗੇ। ਐਸੇ ਵੀ ਹੋਣਗੇ ਜਿਹੜੇ ਕਿਰਤ ਕਰਨ ਵਾਸਤੇ ਡਿਊਟੀਆਂ 'ਤੇ ਖੜ੍ਹੇ ਹੋਣਗੇ, ਅਤੇ ਐਸੇ ਵੀ ਹੋਣਗੇ ਜਿਨ੍ਹਾਂ ਨੂੰ ਉਸ ਰੱਬ ਨੇ ਲੱਤਾਂ ਨਹੀਂ ਦਿੱਤੀਆਂ ਹੋਣਗੀਆਂ, ਉਹ ਤੁਰ ਕੇ ਆ ਨਹੀਂ ਸਕਦੇ ਹੋਣਗੇ। ਐਸੇ ਵੀ ਹੋਣਗੇ ਜਿਨ੍ਹਾਂ ਨੂੰ ਨੇਤਰ ਨਹੀਂ ਦਿੱਤੇ ਹੋਣਗੇ, ਉਹ ਦੇਖ ਹੀ ਨਹੀਂ ਸਕਦੇ ਰਸਤੇ ਨੂੰ ਕਿਵੇਂ ਚੱਲਣ। ਐਸੇ ਵੀ ਬੜੇ ਆ ਜਿਨ੍ਹਾਂ ਨੂੰ ਸਰਵਣ ਨਹੀਂ ਦਿੱਤੇ। ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਉਠਾਏ। ਸੱਚੇ ਦਾ ਨਾਮ ਸੁਣਨ ਵਾਸਤੇ ਤੁਹਾਨੂੰ ਸਤਿਗੁਰ ਨੇ ਇਹ ਸਰਵਣ ਬਖਸ਼ਿਸ਼ ਕੀਤੇ ਆ। ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ। ਤੁਹਾਡੇ ਵਿੱਚ ਜੋਤ ਰੱਖੀ ਉਸ ਪਰਮਾਤਮਾ ਨੇ ਆਪਣੀ। ਸੋ ਗੁਰਮੁਖ ਪਿਆਰਿਓ, ਕਰਮੀ ਆਪੋ ਆਪਣੀ ਕੇ ਨੇੜੇ। ਕਿਸੇ ਨੂੰ ਕਰਮਾਂ ਕਰਕੇ ਉਹਨੇ ਲਾਗੇ ਬਿਠਾ ਲਿਆ ਅਤੇ ਕਿਸੇ ਨੂੰ ਦੂਰ ਭੇਜ ਦਿੱਤਾ। ਹੁਣ ਆ ਜਿਹੜੇ ਸਾਡੇ ਵੀਰ ਸਿਖਲਾਈ ਦੇ ਆਏ ਆ ਜਾਂ ਸਿੱਖ ਪਲਟਨ ਦੇ ਆਏ ਆ, ਹੋ ਸਕਦਾ ਆਪਣੀ ਪਲਟਨ ਇੱਥੇ ਨਾ ਆਈ ਹੁੰਦੀ ਅਤੇ ਅੱਜ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਗੁਰੂ ਰੂਪ ਸਾਧ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਭਰਿਆ ਸਮਾਂ ਨਾ ਪ੍ਰਾਪਤ ਹੁੰਦਾ। ਫਿਰ ਇਹਨਾਂ ਵਿੱਚ ਜਿਹੜੇ ਆਏ ਵੀ ਆ, ਇਕੱਲੇ ਆ ਹੀ ਦੋ ਸਰੀਰ ਥੋੜ੍ਹੀ ਆਏ ਆ, ਬਾਕੀ ਤਾਂ ਹੈ ਨਾ। ਪਰ ਜੇ ਤੇ ਗੁਰੂ ਨੇ ਕਿਰਪਾ ਕੀਤੀ, ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ। ਕਿਸੇ ਨੂੰ ਨੇ ਨੇੜੇ ਲੈਂਦਾ ਆਪਣੇ, ਕਿਸੇ ਨੂੰ ਦੂਰ ਸੁੱਟ ਦਿੱਤਾ। ਪਰ ਅੱਗੇ ਕੀ ਆਖਿਆ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ। ਕੀ ਲੈ ਕੇ ਜਾਂਦਾ ਬੰਦਾ? ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਨਾਲ ਇੱਕੋ ਹੀ ਵਸਤੂ ਜਾਂਦੀ ਹੈ ਇੱਥੋਂ, ਜਿਹੜੀ ਹੈ ਉਧਾਰ ਕਰ ਸਕਦੀ ਹੈ। ਚੰਗੇ ਬੁਰੇ ਕੰਮਾਂ ਦਾ ਲੇਖਾ ਜੋਖਾ ਤੇ ਹੋਣਾ, ਪਰ ਜਿਹੜਾ ਰਸਤੇ ਵਿੱਚ ਤੁਹਾਡਾ ਸਹਾਈ ਹੋਣਾ ਨਾ, ਉੱਥੇ ਹੋਰ ਕੋਈ ਕਰੰਸੀ ਨਹੀਂ ਚੱਲਣੀ। ਜਿਵੇਂ ਅਮਰੀਕਾ ਕੈਨੇਡਾ ਬੱਚਿਆਂ ਨੂੰ ਘੱਲਦੇ ਨਾ, ਕਹਿੰਦੇ ਕਰੰਸੀ ਬਦਲੀ ਕਰਾ ਦਿਓ। ਇੱਧਰ ਆਉਂਦੇ ਫਿਰ ਉਹ ਕਹਿੰਦੇ ਕਰੰਸੀ ਬਦਲੀ ਕਰ ਲਓ।
ਤੇ उस मालक दी दरगाह विच होर कोई करंसी नहीं चलनी। उत्थे किहड़ी करंसी चलनी आ जिन्हों सतगुरां ने आख्या अमृत नाम निर्मोलक हीरा गुर दीनो मतानी डिगे ना डोलै दृढ़ कर रहियो पूर्ण होए त्रिपतानी। अमृत रूपी परमात्मा का नाम जिहड़ा वो निर्मोलक हीरा उसदा कोई मुल नहीं दे सकता। जिन्हें वो धारण कर लिया वो हीरा कदे डिगदा नहीं, उन्हों धारण करन वाला कदे डोलदा नहीं। ते सतगुर जी कहते दृढ़ कर दृढ़ता विच रहिंदा। जिन्हें हीरा धारण किया वो कहता भावें 10 दा 20 लख दुश्मन आ जाए आउण दो एक बार वेखो कि मैं ट्रक भर के तोरदा। तो प्रतख है सूरबीर बचन का बली हुंदा है। सो इतिहास अपने आप नूं दोहराउंदा है। सतगुर जी आखदे हन अमृत नाम निर्मोलक हीरा गुर दीनो महतानी। ये मेरे गुरु ने मंत्र दिता मैनू। तो होर की आख्या गुरु ने फिक्र ना करी डिगे ना डोले ये हीरा डिगदा नहीं तेरे तो कित्थे तक रहेगा मेरे कोले। जिह मात पिता सुत मीत ना पाई मन ऊहा नाम तेरे संग सहाई। हुण मन क्यों क्या तन नूं क्यों नहीं आख्या क्योंकि तन तो इत्थे ही संस्कार हो जाना इत्थे ही गल सड़ जाना। ते मन का संबंध किहदे नाल है। मन तू जोत स्वरूप है अपना मूल पछाण। हे मन तू परमात्मा की जोत का एक छोटा जिहा अंश है। अपने मुढ़ नूं अपने मूल नूं पछाणना कर। जिथे तेरा शरीर नहीं होएगा भैन भरा माता पिता नहीं होणगे जे मात पिता सुत मीत ना पाई मन ऊहा नाम तेरे संग सहाई। उत्थे परमात्मा दा नाम दरगाह दे विच तेरा सहाई होवेगा। अमृत नाम निर्मोलक हीरा गुर दीनो महतानी डिगे ना डोले दृढ़ कर रहे हो पूर्ण होए त्रिपतानी। अगे की आख्या खनली धोती उज्जल ना होई। कोलू साफ करने वाला कपड़ा होंदा बड़ा ही काला हो जाता जिवें वो साफ नहीं हो जाता ना। इस तरह सतगुर कहते होर किते नहीं इन्हें साफ होना मन ने। जन्म जन्म की इस मन को मल लागी काला हुआ स्याओ शाही वर्गा काला होया पिया है। खनली धोती उज्जल ना होई ये खनली वर्गा दा हाल होया है। पर धुपना किथे इन्हें गुरु द्वारे होए सोझी पा। इत्थे सोझी आउणी आ धोना किथे इत द्वारे धोए अच्छा होए सी। हच्छे मैले का विचार आप वरताए सी मत को जाए अगे पाए अगे जाए पाए सी मत कोई समझे मैं अगे जाके पा लवांगा। सो गुरमुख प्यारिओ सतगुर जी आखदे हन ये तेरा परमात्मा नूं मिलण दी वारी है। अमृत नाम निर्मोलक हीरा दे नाल होर गुरु साहब ने की आख्या अमृत वेला सच नाउ वड्याई विचार। जिवें असीं कहने ना कि माता जां पिता मेरे नाल प्यार घट करदे छोटे ना जां वड्डे ना ज़्यादा करदे आ। ते फिर पुछे कि किवें प्यार करनगे वध मेरे नाल मैं की करां। ध्रुव ने आख्या सी ना किस उद्दम ते राज मिले सतरन ते सब होवन मीता। ते माता ने फिर आख्या सी उस परमात्मा की आराधना कर इस तो इलावा होर कोई तरीका नहीं है। तो जो पुछीदा तो गुरु ग्रंथ साहिब महाराज नूं महाराज किवें साडे नाल प्यार करोगे। तो सतगुरु जी महाराज की आखदे हन कि इक्को ही तरीका है। जिथे दरबार नज़र आ जाए फिर के अगे रखिए जित दिसे दरबार। हुण दरबार देखिया की अगे रखिए 100 रुपया रख के अगे बड़ा माण नाल तुरया फिरदा कि मैं गुरु नूं दान दिता। दान अमीर बंदा गरीब नूं दिंदा। ये तो गुरु दे दिते खजानिया च ओहदी किरपा ना तिल फुल वापस भेटा कर दिता। तो निमरता ना निमाणा जा हो के आया कर। सो गुरमुख प्यारिओ फिर के अगे रखिए जित दिसे दरबार। की अगे रखना सतगुरां दे मोहों के बोलन बोलीए किहड़ा शब्द बोलीए जित सुन तरे प्यार। जिहड़े बचन नूं सुन के मेरा गुरु मेरे नाल प्यार करे। तो की आख्या सतगुर ने फिर अमृत वेला सच नाओ वड्याई विचार। अमृत वेले की नींद बड़ी प्यारी हुंदी आ। हर बंदे का दिल करदा 5 मिनट होर सौ जाइए। बच्चे पढ़ते ना तो रात नूं कहणगे सवेरे ना 2:30 बजे ठा दिओ मैनूं। तो सवेरे रात नूं कहणगे पर पापा इवें नहीं मैं उठना जे 2:30 बजे उठना 2 बजे शुरू करो मैं फिर 2:30 बजे उठना।
2 ਵਜੇ ਉਠਾਈ ਜਾਓਗੇ, ਬੇਟਾ ਉੱਠ ਜਾ ਉੱਠ ਜਾ ਉੱਠ ਜਾ। ਅਤੇ ਜਦੋਂ ਫਿਰ ਗੁੱਸੇ ਨਾਲ ਦਬਕਾ ਮਾਰੋਗੇ ਫਿਰ ਉੱਠ ਕੇ ਬਹਿ ਜਾਂਦੇ। ਅਤੇ ਫਿਰ ਦਿਨੇ ਕੀ ਹੁੰਦਾ, ਦਿਨੇ ਫਿਰ ਕਹਿਣਗੇ ਧੰਨਵਾਦ ਹੈ ਤੁਹਾਡਾ, ਤੁਸੀਂ ਪਿਤਾ ਜੀ ਉਠਾ ਦਿੱਤਾ, ਨਹੀਂ ਤਾਂ ਮੇਰਾ ਅੱਜ ਦਾ ਦਿਨ ਵੀ ਵੇਸਟ ਚਲੇ ਜਾਣਾ ਸੀ। ਪਰ ਸਵੇਰੇ ਇੱਕ ਸਮੇਂ ਉਸ ਸਮੇਂ ਗੁੱਸੇ ਹੁੰਦੇ ਬੱਚੇ ਕਿ ਪਿਤਾ ਨੇ ਡਾਂਟ ਕੇ ਉਠਾਇਆ। ਇਸੇ ਤਰ੍ਹਾਂ ਗੁਰਮੁਖੋ ਸਾਨੂੰ ਅਕਾਲ ਪੁਰਖ ਸਵੇਰੇ ਉਠਾਉਣ ਵਾਸਤੇ ਆਉਂਦਾ। ਹਰ ਬੰਦੇ ਦੇ ਸਰਾਣੇ ਵੱਲ ਪਰਮਾਤਮਾ ਸਵੇਰੇ ਖੜ੍ਹ ਜਾਂਦਾ ਆ ਕੇ। ਮੈਂ ਤੁਹਾਨੂੰ ਦੱਸਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੱਸ ਰਹੇ ਹਨ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੂੰ ਅੰਮ੍ਰਿਤ ਵੇਲਾ ਗੁਰੂ ਨੂੰ ਅਰਪਣ ਕਰ ਦੇ। ਸਭ ਤੋਂ ਪਿਆਰੀ ਚੀਜ਼ ਹੁੰਦੀ ਨਾ ਅੰਮ੍ਰਿਤ ਵੇਲੇ ਨੀਂਦ। ਅੰਮ੍ਰਿਤ ਵੇਲੇ ਦੀ ਨੀਂਦ ਗੁਰੂ ਨੂੰ ਦੇ ਦੇ, ਸੌਖਾ ਜਿਹਾ ਤਰੀਕਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਉਹਦੇ ਸੱਚੇ ਦੇ ਨਾਮ ਦੀ ਵਡਿਆਈ ਵਿਚਾਰ ਕਰ ਅੰਮ੍ਰਿਤ ਵੇਲੇ ਉੱਠ ਕੇ। ਅੰਮ੍ਰਿਤ ਵੇਲਾ ਸੰਭਾਲਣਾ ਸਾਨੂੰ ਕਿਹੋ ਜਿਹੀਆਂ ਮੁਸੀਬਤਾਂ ਵਿੱਚ ਵੀ ਗੁਰੂ ਸਾਹਿਬ ਨੇ ਦੱਸਿਆ ਹੈ। ਜਦੋਂ ਸਰਸਾ ਨਦੀ 'ਤੇ ਦੁਸ਼ਮਣ ਦਾ ਬਾਹੂਬਲ ਦਾ ਘੇਰਾ ਸੀ, ਅੱਗੋਂ ਸਰਸਾ ਠਾਠਾ ਮਾਰਦੀ ਸੀ, ਉੱਪਰੋਂ ਪੋਹ ਦੀਆਂ ਕਕਰੀਲੀਆਂ ਰਾਤਾਂ, ਮੋਹਲੇ ਧਾਰ ਬਾਰਿਸ਼ ਪੈ ਰਹੀ ਸੀ, ਅਤੇ ਸਤਿਗੁਰ ਨੇ ਚੌਂਕੜਾ ਲਾ ਲਿਆ। ਭਾਈ ਦਇਆ ਸਿੰਘ ਆਖਦੇ, ਮਹਾਰਾਜ ਦੁਸ਼ਮਣ ਚੜ੍ਹ ਕੇ ਆ ਗਿਆ, ਹੁਣ ਚੱਲੋਗਾ? ਕਹਿੰਦੇ ਨਹੀਂ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਮੈਂ ਕਈ ਵਾਰੀ ਆਖਦਾ ਹੁੰਦਾ, ਜਦੋਂ ਕੈਂਪ ਆਈਦਾ ਨਾ, ਸਭ ਤੋਂ ਪਹਿਲਾਂ ਆ ਕੇ ਕਹੀਦਾ ਹੁੰਦਿਆਂ ਹੀ ਗੁਰਦੁਆਰਾ ਪ੍ਰੋਗਰਾਮ ਕਰਨਾ, ਸਤਿਗੁਰਾਂ ਅੱਗੇ ਅਰਦਾਸ ਕਰਨੀ ਆ। ਉੱਥੋਂ ਚੱਲੇ ਸੀ ਅਰਦਾਸ ਕਰਕੇ, ਹੁਣ ਆ ਕੇ ਸ਼ੁਕਰਾਨਾ ਕਰਨਾ, ਅਤੇ ਨਾਲ ਹੀ ਸਤਿਗੁਰਾਂ ਅੱਗੇ ਬੇਨਤੀ ਕਰਨੀ, ਮਹਾਰਾਜ ਆਪ ਵਿੱਚ ਵਰਤ ਕੇ ਟ੍ਰੇਨਿੰਗ ਕਰਵਾ ਲਿਓ। ਇਹ ਸਾਡਾ ਫਰਜ਼ ਬਣਦਾ, ਅਰਦਾਸ ਅਤੇ ਸ਼ੁਕਰਾਨਾ। ਮਹਾਰਾਜ ਰਣਜੀਤ ਸਿੰਘ ਦਾ ਜੀਵਨ ਆਪਾਂ ਪਹਿਲਾਂ ਵਿਚਾਰਿਆ, ਕਿਤੇ ਸੁਣ ਕੇ ਦੇਖਿਓ, ਉਹਦੇ 'ਚ ਪਤਾ ਲੱਗਦਾ ਕਿ ਅਰਦਾਸ ਦੀ ਕੀ ਮਹੱਤਤਾ ਹੈ। ਸੋ ਗੁਰਮੁਖ ਪਿਆਰਿਓ, ਇੱਥੇ ਸਤਿਗੁਰੂ ਜੀ ਆਖਦੇ ਹਨ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਸੰਭਾਲਣਾ। ਕਿੰਨੇ ਸਿੰਘ ਆਪਣੇ ਕੋਲ? ਭਾਈ ਦਇਆ ਸਿੰਘ ਦੇ 500, ਕਹਿੰਦੇ 250 ਬਿਠਾ ਦਿਓ ਇੱਥੇ। ਮਹਾਰਾਜ ਦੁਸ਼ਮਣ ਦਾ ਬਾਹੂਬਲ, ਕਹਿੰਦੇ ਅਜੀਤ ਸਿੰਘ ਰੋਕੇਗਾ ਜਾ ਕੇ, ਆਪਣੇ ਪੁੱਤਰ ਨੂੰ ਭੇਜਿਆ। 250 ਬਾਕੀ ਲਾ ਦਿਓ ਪਹਿਰੇ 'ਤੇ। ਅਤੇ ਮਹਾਰਾਜ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਅਤੇ ਸਤਿਗੁਰੂ ਮਹਾਰਾਜ ਨੇ ਜਦੋਂ ਸਮਾਪਤੀ ਕੀਤੀ ਨਾ, ਅਤੇ ਭਾਈ ਦਇਆ ਸਿੰਘ ਵੀਰ ਰਸ 'ਚ ਆ ਗਏ। ਮਹਾਰਾਜ ਕੀ ਫਾਇਦਾ ਹੋਇਆ? 250 ਸਿੰਘ ਸ਼ਹੀਦ ਹੋ ਗਿਆ ਇੱਥੇ ਨਾ। ਅੱਜ ਬਾਣੀ ਪੜ੍ਹਦੇ ਅੰਮ੍ਰਿਤ ਵੇਲੇ ਕੀ ਹੋਣ ਲੱਗਾ ਸੀ? ਮੁਸੀਬਤ ਦਾ ਸਮਾਂ ਸੀ। ਸਤਿਗੁਰ ਕਹਿੰਦੇ ਤੂੰ ਵੀ ਸ਼ਹਾਦਤ ਪਾ ਜਾਨੋ, ਅਸੀਂ ਵੀ ਲੇਖੇ ਲੱਗ ਜਾਂਦੇ। ਅੰਮ੍ਰਿਤ ਵੇਲਾ ਫਿਰ ਵੀ ਸੰਭਾਲਣਾ ਸਾਨੂੰ ਮਹਿੰਗਾ ਨਹੀਂ ਸੀ। ਸਤਿਗੁਰੂ ਜੀ ਆਖਦੇ ਹਨ, ਪੜ੍ਹ ਕੇ ਆਸਾ ਦੀ ਵਾਰ ਕੋ ਭਰਨਾ ਸਰੂਰ ਥਾ, ਜਪਜੀ ਕਾ ਪਾਠ ਇਸ ਘੜੀ ਕਰਨਾ ਜ਼ਰੂਰ ਥਾ। ਕਹਿੰਦੇ ਅੰਮ੍ਰਿਤ ਵੇਲਾ ਸਾਨੂੰ ਫਿਰ ਵੀ ਮਹਿੰਗਾ ਨਹੀਂ। 250 ਸਿੰਘਾਂ ਦੀਆਂ ਸ਼ਹਾਦਤਾਂ ਪਾ ਦਿੱਤੀਆਂ ਇੱਕ ਦਿਨ ਦਾ ਅੰਮ੍ਰਿਤ ਵੇਲਾ ਸੰਭਾਲਣ ਵਾਸਤੇ। ਅਸੀਂ ਐਸ਼ੋ ਰਾਮਾਂ ਵਿੱਚ ਸੁੱਤੇ ਹੋਏ ਹਾਂ ਅਤੇ ਅਰਦਾਸ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਥਾਈ ਹੋਏ ਸਹਾਈ। ਕਿਵੇਂ ਸਹਾਈ ਹੋਣਗੇ ਸਤਿਗੁਰ? ਉਹਨਾਂ 'ਤੇ 250 ਸਿੰਘ ਸ਼ਹੀਦ ਕਰਵਾ ਦਿੱਤੇ, ਅੰਮ੍ਰਿਤ ਵਾਲੇ ਤੋਂ ਕੁਰਬਾਨ ਕਰ ਦਿੱਤੇ। ਅਸੀਂ ਅੰਮ੍ਰਿਤ ਵੇਲੇ ਰਜਾਈਆਂ ਲੈ ਕੇ ਸੁੱਤੇ ਹੋਏ ਹਾਂ, ਅਤੇ ਸਤਿਗੁਰ ਸਾਡੇ 'ਤੇ ਕਿਵੇਂ ਕਿਰਪਾ ਕਰਨਗੇ? ਇਸੇ ਅੰਮ੍ਰਿਤ ਵੇਲੇ ਨੂੰ ਬਾਬਾ ਰਵਿਦਾਸ ਜੀ ਨੇ ਆਖਿਆ, ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਇਹ ਜਿਹੜਾ ਜਨਮ ਹੈ ਨਾ, ਜਿਵੇਂ 24 ਘੰਟਿਆਂ 'ਚੋਂ ਸਵੇਰ ਦਾ ਸਮੇਂ ਅੰਮ੍ਰਿਤ ਵੇਲਾ ਹੈ, ਇਵੇਂ 84 ਲੱਖ ਜੂਨੀਆਂ 'ਚੋਂ ਗੁਰਮੁਖੋ ਮਨੁੱਖਾ ਜਨਮ ਜਿਹੜਾ 84 ਲੱਖ ਜੂਨੀ ਦਾ ਅੰਮ੍ਰਿਤ ਵੇਲਾ ਹੈ। ਕਿਉਂਕਿ ਇਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਆਖਿਆ। ਕੀ ਕਿਹਾ ਸਤਿਗੁਰਾਂ ਨੇ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਤੇਰੇ 'ਤੇ ਬੜੀ ਕਿਰਪਾ ਹੋ ਗਈ, ਤੈਨੂੰ ਮਨੁੱਖਾ ਦੇਹੀ ਮਿਲੀ। ਸਾਡੇ ਨਾਲ ਜਿੰਨੇ ਜਨਮ ਲੈ ਕੇ ਆਏ, ਕੋਈ ਪਸ਼ੂ ਦੀ ਜੂਨੀ, ਪਕਸ਼ੀਆਂ ਦੀ ਜੂਨੀ, ਕਿਸੇ ਨੂੰ ਅੱਖਾਂ ਨਹੀਂ ਮਿਲੀਆਂ, ਅੰਨਾ ਕਹਿ ਦਿੱਤਾ, ਕਿਸੇ ਨੂੰ ਕੰਨ ਨਹੀਂ ਮਿਲੇ, ਕਿਸੇ ਨੂੰ ਰਸਨਾ ਨਹੀਂ ਮਿਲੀ, ਕਿਸੇ ਨੂੰ ਲੱਤਾਂ ਨਹੀਂ ਮਿਲੀਆਂ, ਪੌੜੀਆਂ ਲੈ ਕੇ ਚੱਲਣਾ ਪਿਆ। ਸਤਿਗੁਰ ਕਹਿੰਦੇ ਤੈਨੂੰ ਸਾਰੀਆਂ ਹੀ ਦਾਤਾਂ ਮਿਲ ਗਈਆਂ, ਪਰ ਕਾਹਦੇ ਵਾਸਤੇ ਮਿਲੀਆਂ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਹੁਣ ਅਗਲਾ ਸ਼ਬਦ ਜਰਾ ਦੇਖਿਓ, ਮਿਲ ਸਾਧ ਸੰਗਤ ਭਜ ਕੇਵਲ ਦਾ ਅਰਥ ਕੀ ਹੈ? ਤੁਸੀਂ ਪੜ੍ਹੇ ਲਿਖੇ ਬੈਠੇ ਜੇ, ਬੈਂਕ ਜਾਂਦੇ ਜੇ, ਬੈਂਕ ਤੋਂ ਮੈਨੂੰ ਯਾਦ ਆ ਗਿਆ, ਕੱਲ੍ਹ ਇੱਕ ਬੜੀ ਵੱਡੀ ਠੱਗੀ ਹੋਈ ਆ ਸੂਰਤਗੜ੍ਹ ਫੌਜੀ ਨਾਲ। ਬਾਰ-ਬਾਰ ਦੱਸਿਆ ਜਾਂਦਾ ਕਿ OTP ਨਾ ਦੱਸਿਆ ਕਰੋ। ਉਸ ਵਿਚਾਰੇ ਗਰੀਬ ਦਾ 10 ਲੱਖ ਰੁਪਇਆ ਕਿਸੇ ਨੇ ਅਕਾਊਂਟ ਹੈਂਗ ਕਰਕੇ ਕਢਵਾ ਲਿਆ OTP ਪੁੱਛ ਕੇ। ਕਹਿੰਦਾ ਜੋਨੋ ਐਪ ਤੇਰਾ ਚਲਾਉਣਾ ਬੰਦ ਹੋਇਆ, OTP ਦੱਸ। ਉਹ ਭੋਲੇ ਨੇ ਦੱਸ ਦਿੱਤਾ ਕਿਤੇ ਅਕਾਊਂਟ 'ਚ ਪੈਸੇ ਸੀ 10 ਲੱਖ। ਹੁਣ ਜਿਸ ਵਿਚਾਰੇ ਸਿਪਾਹੀ ਦਾ ਚਲਾ ਗਿਆ ਤਾਂ ਕਦੋਂ ਭਰਪਾਈ ਹੋਣੀ ਉਹਦੀ? ਇਸ ਕਰਕੇ ਗੁਰਮੁਖੋ ਸਾਡਾ ਫਰਜ਼ ਬਣਦਾ ਗੁਰੂ ਘਰ ਤੋਂ ਸੁਚੇਤ ਕਰਨਾ। ਬੈਂਕ ਦਾ ਨਾਮ ਆਇਆ ਅਤੇ ਮੈਨੂੰ ਯਾਦ ਆ ਗਿਆ। ਅਸੀਂ ਬੈਂਕ ਜਾਂਦੇ ਹਾਂ ਨਾ, ਇੱਕ ਅਸੀਂ ਭਰਦੇ ਹਾਂ ਫਾਰਮ 5000
ओनली, तो ओनली तो बाद अगे लिख दो 200। मान लो आप 5200 रुपये कढ़ाने होण, देखो 5000 ओनली 200 की होएगा, चैक तुहाडा रद्द हो जाएगा, कैंसल हो जाएगा, रद्दी हो जाएगा, नहीं चलेगा। पर जे इनू मैं पंजाबी च लिखना होए तो मैनू लिखना पएगा 5000 रुपये सिर्फ जां केवल। तो जे मैं लिखांगा 5000 रुपये केवल 200 रुपये तो चैक रद्दी हो जाएगा। मेरे सतगुरां ने इत्थे शब्द ओनली लिखिया, मिल साध संगत भज केवल, ओनली परमात्मा का नाम, होर कुछ नहीं, बस इसे वास्ते तैनूं मनुखा दे ही मिली। एक बिल्डिंग है बड़ी उच्ची, 84 लाख पौड़ियाँ लगियां, उन्होंने चढ़दा 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 बंदा चढ़ी जा रहा, कोई 10वें क डंडे तो डिग पवे, हो सकता सट ना ही लगे, थोड़ा बहुत ही स्क्रैच रीट आ जाए तो फिर ठीक हो जाए, पछतावा भी घट होएगा, कोई नहीं 10 डंडे चढ़ा फिर चढ़ जाएंगे। तो जे कोई गुरमुख हो अंतले ही डंडे तो डिग पवे इस पौड़ी ते, जो नर चूके आए जाए दुख पाएगा। जे कोई अंतले ही डंडे तो डिग पवे तो उन्होंने किन्ना पछोताप होएगा, तो हो सकता बहुत ज़्यादा सट लग जाए, कई सालों वास्ते मंजे ते पै जाए, दोबारा उठ ही ना सके। असी हुण 84 लाख जूनी दे अंतले डंडे ते खड़े हाँ। ये जन्म जिहड़ा ना परमात्मा नूं मिलण वास्ते मिलिया। इक्को ही काम कर लै, अमृत वेला संभाल लै, शाम नूं रहरा साहब ते कीर्तन 16 साहब का जाप कर ला, तो सतगुरु महाराज रहमतां करके अपनी गोदी का निग जरूर बख्शिश करनगे। मैं तो यही गल कहना कि कल युग के अंदर जिहड़े बंदे ने सवेरे 5 बाणियां का जाप कर लिया, शाम नूं रहरा साहब कर जाप कर लिया, तो कीर्तन 16 का जाप करके सौ गया ना, वो सपने किते सुत्तियां पिया प्राण भी निकल जाणगे ना, तो उन्होंने गुरु नानक साहब की गोदी नसीब होएगी। क्योंकि सतगुरु कहते हैं, अंत काल जो नारायण सिमरै, ऐसी चिंता मैं जे मरै, भदत लोचन ते नर मुक्ता, पीतांबर वाकै हृदय बसै। अंत काल मैं तां कह रहा कि बंदे दी वैसे रोज़ ही एक बार मौत होंदी, कईयां दी 2 बार भी हो जाती। जदों आप रात नूं सौंने आ ना, तो सवेरे उठदे आ तो इवें लगदा ना जिवें सारा कुछ साफ सी, दोबारा काम शुरू होया। इस करके गुरमुख प्यारिओ, ये अमृत वेला संभालना नहीं छड्डना। जिन्हों बाबा जी ने आख्या, बाबा फरीद जी ने कहते अमृत वेले तुहाडे सारियां दे सराहने परमात्मा आके आप खड़ जांदा, जिवें एक माँ अपने पुत्र नूं उठाउण वास्ते आउंदी, पुत उठ जा अमृत वेला हो गया। ते की आखदे बाबा जी, फरीदा रात कथूरी वंडी है। तुसीं राजस्थान के ट्रेन सफ़र करोगे ना, इत्थे दियां जिहड़े गरीब घरां दियां बीबियां, वो एक कस्तूरी वेचदियां होंदियां, भूरे जे रंग 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 दे वाल होंदे उहदे दुआले, समैल बड़ी होंदी, उहदी सुगंधी बड़ी होंदी है, वो हिरन दी नाभि चों निकलदी है, ज्यों कस्तूरी मिर्ग ना जाने भरम दा भरम भला। बाबा जी आखदे आ, फरीदा रात कथूरी वंडीए, पिछल रात रहिंदिया नाम दी कस्तूरी लैके परमात्मा तुहाडे सराहने खड़ जांदा, उठ पुत लै ला, ते सुत्तियां मिले ना पाओ। तुसीं खिच के रजाई सिर ते ले लैंदे जे, तो तुहाडा हिस्सा जिहड़ा वो सुत्तियां नूं नहीं मिलता, होर किसी नूं वंड के वो चलिया जांदा। जिन्ना नैन नींद रावले तिन्ना मिलन कुवाओ। जिन्हां दियां नैणां च नींदर हुंदी ना, उन्हां नूं किवें वो प्यारा परमात्मा मिलेगा। सो इस करके गुरमुख प्यारिओ, अमृत वेला सच नाऊं वड्याई विचार। गुरु साहब जी आखदे हन्ना, नानक कै घर केवल नाम, ओनली नाम है इत्थे। हुण मैं तो कहूँगा मैं तो नाम मंगया नहीं। हुण सारे अपने दिल ते हत्थ रख के सोचो, किसी ने आके आख्या इत्थे नामदान की दात बख्शो। पहले लोग आखते हुंदे सी, महाराज नामदान की दात दिओ। असीं की मंगया, महाराज छेती करो हुण एक गड्डी मिल जाए, महाराज छेती करो आ भी चीज़ मिल जाए। पर सतगुरु कहंदे नानक है घर केवल नाम, ओनली नाम है इत्थे परमात्मा दा। हुण कोई बोर्ड ला के बैठा होवे कि उस दुकान ते सिर्फ करियाना ही मिलदा, तो तुसीं जाके उत्थे कहो भी एक कपड़े का थान दे दे, तो अगला हसेगा ना कि मूर्ख बंदा किधर आ गया। हुण सुनियारे की दुकान ते हीरे जवाहरात मिल सकते, खंड थोड़ी मिलनी उत्थे, अगले ने बोर्ड भी लाया होवे। हुण मेरा गुरु कह रहा नानक है घर केवल नाम। हुण असीं कहांगे महाराज नाम तो नहीं मंगते आपां, असीं दुध दीआं दातां, पुत्त दीआं दातां, नौकरियां दीआं रैंक मंगते हैं। पर फिर महाराज वो कित्थे मंगीए? सतगुर कहते फिर दूसरे पासे की आखदे, गुरु अमरदास के दोवें शब्द है। दूजे पासे कहते साचे साहिबां क्या ना ही कर, कर तां तेरे
जिस देह सो। हुण हैरानी जी नहीं लगती, इक्को ही गुरु साहब गुरु अमरदास पातशाह इत्थे खड़े होके कहिंदे नानक के घर केवल नाम ओनली नाम है, तो फिर दोबारा आखदे आ कि साचे साहबा क्या ना ही करते रहे, कर तां तेरे सब के जे जिस देश सो पावे। इहदा अर्थ की है? ये जे कोई हीरियां दी सोने दी जवाहरात दी दुकान होवे, तुहानूं हीरे झोली च पै जाण, तुसीं हीरा वेच के भावें फ्रिज ले लो, भावें टीवी ले लो, भावें कूलर जो मर्जी ले लो, हो सकदा ना? तो जरूरी थोड़ी तुसीं उत्थे जे कोई हीरे वंडी जा रहा होवे तुसीं कहो मेरी झोली च 2 किलो खंड पा दे, मूर्खता वाली गल है ना। सब तो कीमती वस्तु ही लैनी चाहिए ना, तो सब तो कीमती वस्तु किहड़ी आ? अमृत नाम निर्मोलक हीरा गुरदीनो मनतानी। जिहड़ा दरगाह तक साडा साथ निभाउंदा वो आके इत्थे मंगना, तो महाराज छोटियां चीज़ां कहंदे बाहर चल जा, बाहरों मिल जाणगियां। महाराज बाहरों कित्थों मिलणगियां? 12 साल मोढे ते जल दी गागर ढोई गुरु अमरदास पातशाह ने, तो फिर सानू की आख्या? सतगुर की सेवा जे को करे, दिखा के करे किसी नूं कि मैं झाड़ू मारिया नहीं, जे को करे चित लाए, मन चिंदिया फल पावना, हौमे विचों जाए। मन की इच्छा के मुताबक फल जिहड़ा मिल जाता, अंदरों हंकार जिहड़ा वो चलिया जाता। ऐसे गुरमुख प्यारे भी देखे जिहड़े बड़े वध चढ़ के सेवा करते। गुरपुरब के उत्ते भाई साहबा ने इन्नी सेवा की वध चढ़ के कि अज तक बूंदी का लंगर चल रहा। भाई साहब कहते बाबा जी साड़ी बैठक वालों बूंदी का लंगर लगातार ही लाउणा, तो मालक की बख्शिश की साडे गुरु का हुक्म है, सतगुर की सेवा सफल है जे को करे चित लाए। फिर उसे प्यारे ने इक्को बैटरी नहीं बूंदी का लंगर जिथे लाया लगातार 15-20 दिन, उत्थे नाल कहंदे पकौड़ियां का लंगर भी साडे लों होएगा, पकौड़ियां का लंगर भी उन्हें लाया। तो भाई साहब उन्होंने मैं 2 टीन रिफाइंड के मंगाए सिविल चों, मैं क्या नहीं इन्ना ज़्यादा आप लोड नहीं पाना, रिफाइंड आप दे देने 1 वाट टमाटर नूं। तो भाई साहब आके साहब कहते भी नहीं साडे सिंह नहीं मानते, वो कहते नहीं असीं सेवा करनी आ, ये असीं आपे देंगे, तुसीं रख लो, तुहाडा विसाखी ते फिर किते काम आ जाएगा गुरु घर। सो प्यारिओ सतगुर का हुक्म है, सतगुर की सेवा सफल है जे को करे चित लाए, मन चिंदिया फल पावना, हौमे विचों तुसीं जा जोड़े झाड़ लग जाओ, बाहर जाके बर्तनों की सेवा च लग जाओ, बर्तन साफ करदियाँ जोड़े झाड़दियाँ झाड़ू मारदियाँ जो भी तुहाडे मन च इच्छा प्रगट होगी कि मेरे को वधिया जी कार आ जाए, तो वही आ जानी। गुरु अमरदास पातशाह जी आखदे सतगुर की सेवा सफल है जे को करे चित लाए। चित लाया फिर की होगा? मन चिंदियाँ जो मन च इच्छा प्रगट होगी, मन चिंदियाँ फल पावना, हौमे विचों जाए, अंदरों हंकार भी चलिया जाना। सो इत्थे आउंदे ना सिर्फ नाम की दात मंगया करो, बाकी दातां तुसीं जोड़ियां की सेवा च लग्या करो, झाड़ू की सेवा च लग्या करो, बर्तनों की सेवा च लग जा करो, उत्थों सारियां चीज़ां प्राप्त हो जाणगियां। सतगुरु कृपा करन, गुरु घर दियां रोटियां 3 काम करेण, हड्ड गालण, सुस्ती पाउण, काम करन ना देण। हुण तुसीं कहोगे भी गुरु अमरदास पातशाह ते कहिंदे कि पहले पंगत पाछे संगत, तो बाबा जी कह रहे भी ये 3 काम कर दियाँ उन्होंने वास्ते जिन्हें मेरे वर्गे ने छक के ढिड ते हथ फेर के तुर जाना। जे गुरु घर का प्रशादा छकिया ना, जां ते घट तो घट 10 ਸਿੰਘਾਂ ਦੇ बर्तन साफ कर जा, वो भी नहीं कर सकता ना, तो 100-50 रुपया गुरु के लंगर च सेवा करके चलिया जा, 2-4 किलो खंड लिया के दे जा भी चाह का लंगर 24 घंटे गुरु घर चलता है। जे वो भी नहीं कर सकता, इत्थे बह के एक जपजी साहब का पाठ करके चलिया जा, घंटा गुरु गुरु जप के चलिया जा, तेरा गुरु घरों प्रशादा छकिया सफला हो जाएगा। पर गुरु घर का प्रशादा छड्डना भी पाप है, क्योंकि प्रशादा छकना सेवा है, ये निमरता की पहचान है, छक के जाना है। सो गुरमुख प्यारिओ ये गुरु साहब सानू समझाउणा करदे हन। अमृत वेले रब तुहाडे सराणे खड़ा हुंदा आके उदों उठ के दर्शन कर लिया करो, अमृत वेले की संभाल करिया करो। इन्ने एक बचन करते हुए समाप्ति। कोई बचन वध घट बोलिया गया होवे गुरु रूप साध संगत ते श्री गुरु ग्रंथ साहिब जी महाराज बख्शण जोग हन। बुलाओ फतेह जी। वाहिगुरु जी का खालसा वाहिगुरु जी की फतेह।